ਅੱਜ ਆਓ ਅਸੀਂ ਪਰਮੇਸ਼ਰ ਦੇ ਸਰੀਰ ਵਿੱਚ ਆਉਣ ਤੇ ਮਨੁੱਖ ਜਾਤੀ ਦੀ ਪ੍ਰਤੀਕਿਰਿਆ ਸਿਰਲੇਖ ਹੇਠ ਪਰਮੇਸ਼ਰ ਦੇ ਵਚਨਾਂ ਦਾ ਅਧਿਐਨ ਕਰੀਏ। ਜਦ ਅਸੀਂ ਇਹ ਖਬਰ ਦਿੰਦੇ ਹਾਂ ਕਿ ਪਰਮੇਸ਼ਰ ਸਰੀਰ ਵਿੱਚ ਧਰਤੀ ਉੱਤੇ ਆਏ ਹਨ ਤਾਂ ਅਸੀਂ ਕਦੇ-ਕਦੇ ਚਿੰਤਿਤ ਹੋ ਸਕਦੇ ਹਾਂ ਕਿ ਲੋਕ ਆਪਣੇ ਆਪ ਤੋਂ ਪੁੱਛਣਗੇ ਕਿ ਇਹ ਇੱਕ ਅਜੀਬ ਚਰਚ ਨਹੀਂ ਹੈ। ਪਰ ਪਰਮੇਸ਼ਰ ਨੇ ਸਾਡੇ ਲਈ ਆਜ਼ਾਦੀ ਨਾਲ ਪ੍ਰਚਾਰ ਕਰਨ ਦਾ ਰਾਹ ਪਹਿਲਾਂ ਹੀ ਖੋਲ੍ਹ ਦਿੱਤਾ ਹੈ, ਕਿਉਂਕਿ ਅਸੀਂ ਉਹ ਗਵਾਹੀ ਦਿੰਦੇ ਹਾਂ ਜੋ ਬਾਈਬਲ ਵਿੱਚ ਹੈ। ਕੁਝ ਅਜਿਹੇ ਵੀ ਲੋਕ ਹੁੰਦੇ ਹਨ ਜਿਨ੍ਹਾਂ ਨੇ ਭਾਵੇਂ ਹੀ ਅਗਿਆਨਤਾ ਦੇ ਕਾਰਨ ਸਾਨੂੰ ਰੋਕਿਆ, ਪਰ ਅੰਤ ਵਿੱਚ ਸੱਚਾਈ ਦਾ ਅਭਿਆਸ ਕਰਦੇ ਹਨ ਅਤੇ ਤਦ ਤੋਂ ਉਹ ਵੱਡੇ ਉਤਸ਼ਾਹ ਨਾਲ ਆਪਣੇ ਵਿਸ਼ਵਾਸ ਨੂੰ ਬਣਾਏ ਰੱਖਦੇ ਹਨ। ਅਸੀਂ ਇਸ ਨੂੰ ਪਹਿਲੇ ਚਰਚ ਵਿੱਚ ਹੁੰਦੇ ਦੇਖ ਸਕਦੇ ਹਾਂ। ਜਦ ਪਹਿਲੇ ਚਰਚ ਨੇ ਇਸ ਖਬਰ ਦਾ ਪ੍ਰਚਾਰ ਕੀਤਾ ਕਿ ਯੀਸ਼ੂ ਸਰੀਰ ਵਿੱਚ ਆਏ ਪਰਮੇਸ਼ਰ ਹਨ, ਤਾਂ ਖੁਸ਼ਖਬਰੀ ਦੇ ਦਰਵਾਜ਼ੇ ਵਿਆਪਕ ਰੂਪ ਨਾਲ ਖੁੱਲ੍ਹ ਗਏ। ਨਤੀਜਾ ਲੋਕਾਂ ਦੀ ਸੋਚ ਤੋਂ ਬਿਲਕੁਲ ਵੱਖਰਾ ਸੀ। ਕੁਦਰਤੀ ਰੂਪ ਨਾਲ ਅਜਿਹੇ ਲੋਕ ਸਨ ਜਿਨ੍ਹਾਂ ਨੇ ਸੱਚਾਈ ਨੂੰ ਰੋਕਣ ਲਈ ਕੰਮ ਕੀਤਾ ਜਾਂ ਵਿਸ਼ਵਾਸ ਨਹੀਂ ਕੀਤਾ ਸੀ। ਹਾਲਾਂਕਿ ਉਸ ਸਮੇਂ ਕਿਸੇ ਵੀ ਧਰਮ ਦੀ ਤੁਲਨਾ ਵਿੱਚ ਖੁਸ਼ਖਬਰੀ ਵਧੇਰੇ ਵਿਸਫੋਟਕ ਰੂਪ ਨਾਲ ਫੈਲਣ ਵਿੱਚ ਸਫਲ ਸੀ। ਇਸ ਤਰ੍ਹਾਂ ਸਾਨੂੰ ਵੀ ਜੋ ਇਸ ਯੁੱਗ ਵਿੱਚ ਜੀ ਰਹੇ ਹਨ, ਪਿਤਾ ਜੀ ਅਤੇ ਮਾਤਾ ਜੀ ਬਾਰੇ ਘੋਸ਼ਣਾ ਕਰਨੀ ਅਤੇ ਗਵਾਹੀ ਦੇਣ ਲਈ ਹੋਰ ਵਧੇਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਭ ਤੋਂ ਵੱਧ ਕੇ ਸਾਨੂੰ ਹਮੇਸ਼ਾ ਭਵਿੱਖਬਾਣੀ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ, ਇਹ ਭਵਿੱਖਬਾਣੀ ਮੇਰੀ ਕਿੱਥੇ ਅਗਵਾਈ ਕਰ ਰਹੀ ਹੈ। ਆਓ ਬਾਈਬਲ ਦੁਆਰਾ ਇਹਨਾਂ ਮਾਮਲਿਆਂ ਦੀ ਇੱਕ-ਇੱਕ ਕਰਕੇ ਜਾਂਚ ਕਰੀਏ ਕਿ ਅਸੀਂ ਸੱਚੀ ਖੁਸ਼ਖਬਰੀ ਦੇ ਰਾਹ ਉੱਤੇ ਚੱਲਣਾ ਕਿਵੇਂ ਪੱਕਾ ਕਰ ਸਕਦੇ ਹਾਂ। ਪਰਮੇਸ਼ਰ ਦਾ ਸਰੀਰ ਵਿੱਚ ਆਉਣਾ ਇਹ ਇੱਕ ਅਦਭੁਤ ਘਟਨਾ ਹੈ। ਇਹ ਕੁਝ ਅਜਿਹਾ ਹੈ ਜਿਸ ਦੇ ਬਾਰੇ ਲੋਕ ਆਪਣੇ ਰੋਜ਼ਾਨਾ ਜੀਵਨ ਵਿੱਚ ਆਮ ਤੌਰ ਤੇ ਨਹੀਂ ਸੋਚਦੇ। ਜੇਕਰ ਪਰਮੇਸ਼ਰ ਨੂੰ ਮਨੁੱਖ ਦੇ ਰੂਪ ਵਿੱਚ ਸਰੀਰ ਵਿੱਚ ਆਉਣਾ ਹੈ ਤਾਂ ਮਨੁੱਖ ਜਾਤੀ ਦੀ ਕੀ ਪ੍ਰਤੀਕਿਰਿਆ ਹੋਵੇਗੀ? ਵੱਖ-ਵੱਖ ਕਿਸਮਾਂ ਦੀ ਪ੍ਰਤੀਕਿਰਿਆ ਹੋਵੇਗੀ। ਇਸ ਲਈ ਪਹਿਲਾ ਪਤਰਸ ਦੀ ਪੁਸਤਕ ਵਿੱਚ ਰਸੂਲ ਪਤਰਸ ਨੇ ਕਿਹਾ, ਤੁਹਾਡੇ ਲਈ ਜੋ ਵਿਸ਼ਵਾਸ ਕਰਦੇ ਹਨ ਉਹ ਖਜ਼ਾਨਾ ਹੈ, ਪਰ ਜੋ ਵਿਸ਼ਵਾਸ ਨਹੀਂ ਕਰਦੇ ਉਹਨਾਂ ਲਈ ਉਹ ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚਟਾਨ ਬਣ ਗਿਆ। ਹਮੇਸ਼ਾ ਦੋ ਰਾਸਤੇ ਰਹੇ ਹਨ, ਵਿਸ਼ਵਾਸੀਆਂ ਦਾ ਰਾਹ ਅਤੇ ਅਵਿਸ਼ਵਾਸੀਆਂ ਦਾ ਰਾਹ। ਸਾਨੂੰ ਆਪਣੇ ਵਿਸ਼ਵਾਸ ਨੂੰ ਉਹਨਾਂ ਲੋਕਾਂ ਦੇ ਕਾਰਨ ਜੋ ਵਿਸ਼ਵਾਸ ਨਹੀਂ ਕਰਦੇ ਕਦੇ ਨਹੀਂ ਛੱਡਣਾ ਚਾਹੀਦਾ। ਸਾਨੂੰ ਅਵਿਸ਼ਵਾਸੀਆਂ ਦੇ ਵਿਚਾਰਾਂ ਦੇ ਆਧਾਰ ਤੇ ਆਪਣੇ ਵਿਚਾਰਾਂ ਨੂੰ ਨਹੀਂ ਬਦਲਣਾ ਚਾਹੀਦਾ ਹੈ। ਜਦ ਅਵਿਸ਼ਵਾਸੀ ਨਰਕ ਜਾਣ ਬਾਰੇ ਸੋਚਦੇ ਹਨ, ਸਾਨੂੰ ਉਹਨਾਂ ਦੇ ਨਰਕ ਜਾਣ ਵਾਲੇ ਵਿਚਾਰਾਂ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਹੈ ਨਾ? ਕੋਈ ਫਰਕ ਨਹੀਂ ਪੈਂਦਾ ਕਿ ਦੁਨੀਆ ਵਿੱਚ ਸਾਰੇ ਲੋਕ ਮਸੀਹ ਨੂੰ ਕਿਵੇਂ ਮੰਨਦੇ ਹਨ। ਸਾਨੂੰ ਜੋ ਪਰਮੇਸ਼ਰ ਨੇ ਦਿਖਾਇਆ ਹੈ ਉਸ ਵਿਸ਼ਵਾਸ ਵੱਲ ਅੱਗੇ ਵਧਣ ਵਿੱਚ ਸਫਲ ਹੋਣਾ ਚਾਹੀਦਾ ਹੈ। ਸਾਨੂੰ ਘੱਟੋ-ਘੱਟ ਇੱਕ ਵਾਰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ, ਜੇਕਰ ਪਰਮੇਸ਼ਰ ਇੱਕ ਮਨੁੱਖ ਦੇ ਰੂਪ ਵਿੱਚ ਸਰੀਰ ਵਿੱਚ ਆਉਣ ਤਾਂ ਮਨੁੱਖ ਜਾਤੀ ਦੀ ਕੀ ਪ੍ਰਤੀਕਿਰਿਆ ਹੋਵੇਗੀ? ਬਾਈਬਲ ਵਿੱਚ ਵੱਖੋ ਵੱਖਰੇ ਲੋਕਾਂ ਦੁਆਰਾ ਆਓ ਦੇਖੀਏ ਕਿ ਉਹਨਾਂ ਨੇ ਉਤਪੱਤ ਅਧਿਆਇ 18 ਵਚਨ 1 ਵਿੱਚ ਕਿਵੇਂ ਦੀ ਪ੍ਰਤੀਕਿਰਿਆ ਦਿੱਤੀ। ਫਿਰ ਯਹੋਵਾ ਨੇ ਉਹਨੂੰ ਮਮਰੇ ਦੇ ਬਲੂਤਾਂ ਵਿੱਚ ਦਰਸ਼ਨ ਦਿੱਤਾ, ਜਾਂ ਉਹ ਆਪਣੇ ਤੰਬੂ ਦੇ ਬੂਹੇ ਵਿੱਚ ਦਿਨ ਦੀ ਧੁੱਪ ਦੇ ਵੇਲੇ ਬੈਠਾ ਹੋਇਆ ਸੀ। ਉਸਨੇ ਆਪਣੀਆਂ ਅੱਖੀਆਂ ਚੁੱਕ ਕੇ ਨਿਗਾਹ ਮਾਰੀ ਔਰ ਵੇਖੋ 3 ਮਨੁੱਖ ਉਹਦੇ ਸਾਹਮਣੇ ਖਲੋਤੇ ਸਨ ਅਤੇ ਉਹਨਾਂ ਨੂੰ ਵੇਖਦੇ ਹੀ ਉਹ ਉਹਨਾਂ ਦੇ ਮਿਲਣ ਲਈ ਤੰਬੂ ਦੇ ਬੂਹਿਓਂ ਨੱਸਿਆ ਅਤੇ ਧਰਤੀ ਤੀਕ ਝੁਕਿਆ। ਉਸਨੇ ਆਖਿਆ, ਹੇ ਪ੍ਰਭੂ, ਜੇ ਮੇਰੇ ਉੱਤੇ ਤੇਰੀ ਕਿਰਪਾ ਦੀ ਨਿਗਾਹ ਹੋਈ ਹੈ ਤਾਂ ਆਪਣੇ ਦਾਸ ਕੋਲੋਂ ਚਲਿਆ ਨਾ ਜਾਣਾ। ਥੋੜਾ ਜਿਹਾ ਪਾਣੀ ਲਿਆਇਆ ਜਾਵੇ ਤਾਂ ਜੋ ਤੁਸੀਂ ਆਪਣੇ ਚਰਨ ਧੋ ਕੇ ਰੁੱਖ ਹੇਠ ਆਰਾਮ ਕਰੋ। ਮੈਂ ਥੋੜੀ ਜਿਹੀ ਰੋਟੀ ਵੀ ਲਿਆਉਂਦਾ ਹਾਂ, ਸੋ ਆਪਣੇ ਮਨਾਂ ਨੂੰ ਤ੍ਰਿਪਤ ਕਰੋ, ਫਿਰ ਤੁਸੀਂ ਅੱਗੇ ਲੰਘ ਜਾਇਓ, ਕਿਉਂਕਿ ਇਸੇ ਲਈ ਤੁਸੀਂ ਆਪਣੇ ਦਾਸ ਕੋਲ ਆਏ ਹੋ। ਤਾਂ ਉਹਨਾਂ ਨੇ ਆਖਿਆ, ਉਵੇਂ ਹੀ ਕਰ ਜਿਵੇਂ ਤੂੰ ਬੋਲਿਆ। ਅਬਰਾਹਮ ਨੇ ਸਾਰਾ ਕੋਲ ਤੰਬੂ ਵਿੱਚ ਛੇਤੀ ਜਾ ਕੇ ਆਖਿਆ, ਝੱਟ ਕਰ ਅਰ 3 ਮਾਪ ਮੈਦਾ ਗੁੰਨ ਕੇ ਫੁਲਕੇ ਪਕਾ। ਫਿਰ ਉਸਨੇ ਦਹੀਂ ਅਰ ਦੁੱਧ ਅਰ ਉਹ ਵੱਛਾ ਜਿਹਨੂੰ ਉਸਨੇ ਤਿਆਰ ਕਰਵਾਇਆ ਸੀ ਲੈ ਕੇ ਉਹਨਾਂ ਦੇ ਅੱਗੇ ਪਰੋਸ ਦਿੱਤਾ ਅਤੇ ਆਪ ਉਹਨਾਂ ਦੇ ਕੋਲ ਰੁੱਖ ਹੇਠ ਖੜਾ ਰਿਹਾ ਅਤੇ ਉਹਨਾਂ ਨੇ ਖਾਧਾ। ਇੱਥੇ ਪਰਮੇਸ਼ਰ ਆਪਣੇ ਦੂਤਾਂ ਨਾਲ ਅਬਰਾਹਮ ਸਾਹਮਣੇ ਪ੍ਰਗਟ ਹੋਏ ਜਦ ਉਹ ਆਪਣੇ ਤੰਬੂ ਵਿੱਚ ਸੀ। ਪਰਮੇਸ਼ਰ ਨੇ ਸਰੀਰ ਪਹਿਨਿਆ ਹੋਇਆ ਸੀ। ਪਰਮੇਸ਼ਰ ਅਬਰਾਹਮ ਸਾਹਮਣੇ ਇੱਕ ਦ੍ਰਿਸ਼ ਰੂਪ ਵਿੱਚ ਪ੍ਰਗਟ ਹੋਏ ਅਤੇ ਦਹੀਂ, ਦੁੱਧ ਅਤੇ ਇੱਕ ਵੱਛੇ ਦਾ ਮਾਸ ਖਾਧਾ। ਇਹ ਤੱਥ ਦਿਖਾਉਂਦਾ ਹੈ ਕਿ ਪਰਮੇਸ਼ਰ ਸਰੀਰ ਵਿੱਚ ਆਏ।
ਅਸੀਂ ਇਸ ਦ੍ਰਿਸ਼ ਦਾ ਲੇਖ ਉਤਪਤ ਅਧਿਆਇ 18 ਦੀ ਪੁਸਤਕ ਵਿੱਚ ਪਾ ਸਕਦੇ ਹਾਂ। ਜਦ ਪਰਮੇਸ਼ਰ ਸਰੀਰ ਵਿੱਚ ਅਬਰਾਹਮ ਦੇ ਸਾਹਮਣੇ ਪ੍ਰਗਟ ਹੋਏ ਤਾਂ ਉਸ ਦੀ ਕੀ ਪ੍ਰਤੀਕਿਰਿਆ ਸੀ? ਅਬਰਾਹਮ ਨੇ ਸੱਚੇ ਦਿਲ ਨਾਲ ਪਰਮੇਸ਼ਰ ਦੀ ਸੇਵਾ ਕੀਤੀ ਅਤੇ ਉਹਨਾਂ ਦਾ ਸਤਿਕਾਰ ਕੀਤਾ। ਜਦ ਪਰਮੇਸ਼ਰ ਮਨੁੱਖ ਜਾਤੀ ਸਾਹਮਣੇ ਮਨੁੱਖੀ ਰੂਪ ਵਿੱਚ ਪ੍ਰਗਟ ਹੁੰਦੇ ਹਨ ਤਾਂ ਮਨੁੱਖ ਜਾਤੀ ਇਸ ਉੱਤੇ ਕਿਵੇਂ ਪ੍ਰਤੀਕਿਰਿਆ ਕਰੇਗੀ? ਇਹ ਵਚਨ ਸਾਨੂੰ ਦਿਖਾਉਂਦਾ ਹੈ ਕਿ ਜਦ ਅਬਰਾਹਮ ਨੇ ਪਰਮੇਸ਼ਰ ਨੂੰ ਆਪਣੇ ਸਾਹਮਣੇ ਸਰੀਰ ਵਿੱਚ ਪ੍ਰਗਟ ਹੁੰਦੇ ਹੋਏ ਦੇਖਿਆ ਤਾਂ ਉਸਨੇ ਕਿਵੇਂ ਦੀ ਪ੍ਰਤੀਕਿਰਿਆ ਦਿਖਾਈ। ਐਵੇਂ ਹੀ ਅਸੀਂ ਇਸ ਇੱਕ ਪ੍ਰਕਾਰ ਦੇ ਉਦਾਹਰਣ ਨੂੰ ਅਬਰਾਹਮ ਦੇ ਦੁਆਰਾ ਦੇਖ ਸਕਦੇ ਹਾਂ। ਨਵੇਂ ਨੇਮ ਵਿੱਚ ਅਸੀਂ ਉਸ ਹੀ ਘਟਨਾ ਦੇ ਉਲਟ ਉਦਾਹਰਣ ਦੇਖ ਸਕਦੇ ਹਾਂ। ਆਓ ਨਵੇਂ ਨਿਯਮ ਵਿੱਚ ਜਾਈਏ। ਆਓ ਯਹੂਨਾ ਅਧਿਆਇ 10 ਵਚਨ 30 ਉੱਤੇ ਇੱਕ ਨਜ਼ਰ ਪਾਈਏ। ਮੈਂ ਔਰ ਮੇਰਾ ਪਿਤਾ ਇੱਕੋ ਹਾਂ। ਯਹੂਦੀਆਂ ਨੇ ਫੇਰ ਪੱਥਰ ਚੁੱਕੇ ਜੋ ਉਹਨੂੰ ਪਥਰਾਅ ਕਰਨ। ਯੀਸ਼ੂ ਨੇ ਅੱਗੋਂ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਪਿਤਾ ਦੀ ਵੱਲੋਂ ਅਨੇਕ ਚੰਗੇ ਕੰਮ ਵਿਖਾਏ, ਉਹਨਾਂ ਵਿੱਚੋਂ ਕਿਹੜੇ ਕੰਮ ਦੇ ਬਦਲੇ ਤੁਸੀਂ ਮੈਨੂੰ ਪਥਰਾਅ ਕਰਦੇ ਹੋ? ਯਹੂਦੀਆਂ ਨੇ ਉਹਨੂੰ ਉੱਤਰ ਦਿੱਤਾ ਕਿ ਅਸੀਂ ਤੈਨੂੰ ਚੰਗੇ ਕੰਮ ਪਿੱਛੇ ਪਥਰਾਵ ਨਹੀਂ ਕਰਦੇ, ਪਰ ਕੁਫਰ ਪਿੱਛੇ, ਅਤੇ ਇਸ ਲਈ ਜੋ ਤੂੰ ਮਨੁੱਖ ਹੋ ਕੇ ਆਪਣੇ ਆਪ ਨੂੰ ਪਰਮੇਸ਼ਰ ਬਣਾਉਂਦਾ ਹੈ। ਇਸ ਵਚਨ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਦ ਪਰਮੇਸ਼ਰ ਮਨੁੱਖ ਦੇ ਰੂਪ ਵਿੱਚ ਧਰਤੀ ਉੱਤੇ ਆਏ, ਉਹਨਾਂ ਨੇ ਖੁਦ ਘੋਸ਼ਣਾ ਕੀਤੀ ਕਿ ਮੈਂ ਪਰਮੇਸ਼ਰ ਹਾਂ। ਇਹ ਪਰਮੇਸ਼ਰ ਹੀ ਸੀ ਜਿਨ੍ਹਾਂ ਨੇ ਇਹ ਘੋਸ਼ਣਾ ਕੀਤੀ। ਫਿਰ ਵੀ ਲੋਕਾਂ ਦਾ ਇੱਕ ਸਮੂਹ ਸੀ ਜਿਸ ਨੇ ਉਹਨਾਂ ਉੱਤੇ ਪਥਰਾਵ ਕਰਨ ਲਈ ਪੱਥਰ ਚੁੱਕੇ। ਅਬਰਾਹਮ ਵਰਗੇ ਲੋਕ ਵੀ ਸੀ ਜਿਨ੍ਹਾਂ ਨੇ ਸਰੀਰ ਵਿੱਚ ਆਏ ਪਰਮੇਸ਼ਰ ਨੂੰ ਸਵੀਕਾਰ ਕੀਤਾ ਸੀ, ਜਦਕਿ ਯਹੂਦੀਆਂ ਵਰਗੇ ਲੋਕ ਵੀ ਸੀ ਜਿਨ੍ਹਾਂ ਨੇ ਉਹਨਾਂ ਦਾ ਵਿਰੋਧ ਕੀਤਾ ਅਤੇ ਉਹਨਾਂ ਉੱਤੇ ਪਥਰਾਵ ਕਰਨ ਦੀ ਕੋਸ਼ਿਸ਼ ਕੀਤੀ। ਪਰਮੇਸ਼ਰ ਸਰੀਰ ਵਿੱਚ ਧਰਤੀ ਉੱਤੇ ਆਏ। ਸੱਚਮੁੱਚ ਇਹ ਇੱਕ ਅਵਿਸ਼ਵਾਸਯੋਗ ਘਟਨਾ ਹੈ। ਆਓ ਯਹੂਨਾ ਅਧਿਆਇ 1 ਉੱਤੇ ਜਾਈਏ। ਆਓ ਅਸੀਂ ਯਹੂਨਾ ਅਧਿਆਇ 1 ਵਚਨ 1 ਵਿੱਚ ਪਰਮੇਸ਼ਰ ਦੇ ਵਚਨਾਂ ਨੂੰ ਦੇਖੀਏ। ਆਦਿ ਵਿੱਚ ਸ਼ਬਦ ਸੀ, ਅਰ ਸ਼ਬਦ ਪਰਮੇਸ਼ਰ ਦੇ ਸੰਗ ਸੀ, ਅਤੇ ਸ਼ਬਦ ਪਰਮੇਸ਼ਰ ਸੀ। ਵਚਨ ਜੋ ਆਦਿ ਵਿੱਚ ਸੀ, ਪਰਮੇਸ਼ਰ ਜਿਨ੍ਹਾਂ ਨੇ ਕਿਹਾ ਚਾਨਣ ਹੋਵੇ, ਪਰਮੇਸ਼ਰ ਜਿਨ੍ਹਾਂ ਨੇ ਚਾਨਣ ਨੂੰ ਹਨੇਰੇ ਤੋਂ ਵੱਖਰਾ ਕੀਤਾ, ਪਰਮੇਸ਼ਰ ਨੇ ਆਕਾਸ਼ ਦੇ ਹੇਠਾਂ ਦੇ ਪਾਣੀ ਨੂੰ ਉੱਪਰ ਦੇ ਪਾਣੀ ਤੋਂ ਵੱਖਰਾ ਕੀਤਾ। ਪਰਮੇਸ਼ਰ ਦੇ ਬਾਰੇ ਵਿੱਚ ਜਿਨ੍ਹਾਂ ਨੇ ਇਹ ਸਭ ਕੀਤਾ, ਰਸੂਲ ਯਹੂਨਾ ਨੇ ਯਹੂਨਾ ਅਧਿਆਇ 1 ਵਿੱਚ ਇਸ ਪ੍ਰਕਾਰ ਲਿਖਿਆ। ਉਸਨੇ ਵਚਨ 14 ਵਿੱਚ ਸਮਝਾਇਆ ਕਿ ਉਹੀ ਪਰਮੇਸ਼ਰ ਸਰੀਰ ਵਿੱਚ ਧਰਤੀ ਉੱਤੇ ਆਉਣਗੇ। ਯਹੂਨਾ ਅਧਿਆਇ 1 ਦਾ 1 ਵਿੱਚ ਵਚਨ ਸੀ। ਉਹ ਵਚਨ ਕੀ ਬਣ ਜਾਂਦਾ ਹੈ ਅਤੇ ਵਚਨ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ, ਅਤੇ ਅਸਾਂ ਉਸ ਦਾ ਤੇਜ, ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿੱਠਾ। ਯਹੂਦੀਆਂ ਦਾ ਇੱਕ ਸਮੂਹ ਸੀ ਜਿਸ ਨੇ ਯਿਸੂ ਉੱਤੇ ਇਸ ਤੱਥ ਦੇ ਕਾਰਨ ਪਥਰਾਵ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਉਹ ਸਰੀਰ ਵਿੱਚ ਆਏ ਪਰਮੇਸ਼ਰ ਹਨ। ਫਿਰ ਵੀ ਯਹੂਨਾ ਵਰਗੇ ਲੋਕ ਵੀ ਸੀ ਜੋ ਇਹ ਵਿਸ਼ਵਾਸ ਕਰਦੇ ਸੀ ਕਿ ਪਰਮੇਸ਼ਰ ਜੋ ਆਦਿ ਵਿੱਚ ਸੀ, ਸਰੀਰ ਵਿੱਚ ਹੋ ਕੇ ਧਰਤੀ ਉੱਤੇ ਆਏ ਹਨ ਅਤੇ ਸਾਡੇ ਨਾਲ ਰਹਿ ਰਹੇ ਹਨ। ਉਹਨਾਂ ਦੇ ਵਿਸ਼ਵਾਸ ਦੇ ਨਤੀਜੇ ਨੂੰ ਦੇਖਦੇ ਹੋਏ ਸਾਨੂੰ ਪਰਮੇਸ਼ਰ ਪ੍ਰਤੀ ਆਪਣੇ ਵਿਸ਼ਵਾਸ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਜਦ ਉਹ ਸਰੀਰ ਵਿੱਚ ਧਰਤੀ ਉੱਤੇ ਆਉਂਦੇ ਹਨ ਤਾਂ ਸਾਨੂੰ ਉਹਨਾਂ ਦੀ ਸੇਵਾ ਕਿਵੇਂ ਕਰਨੀ ਚਾਹੀਦੀ ਹੈ। ਇਹ ਉਹਨਾਂ ਆਸ਼ੀਸ਼ਾਂ ਨੂੰ ਨਿਰਧਾਰਿਤ ਕਰੇਗਾ ਜੋ ਸਾਨੂੰ ਸਵਰਗ ਜਾਣ ਤੇ ਪ੍ਰਾਪਤ ਹੋਣਗੀਆਂ। ਯਹੂਨਾ ਜਾਣਦਾ ਸੀ ਕਿ ਯੀਸ਼ੂ ਹੀ ਸਰੀਰ ਵਿੱਚ ਆਏ ਪਰਮੇਸ਼ਰ ਹਨ। ਇੱਕ ਦਿਨ ਜਦ ਯੀਸ਼ੂ ਯਰੂਸ਼ਲਮ ਵੱਲ ਜਾ ਰਹੇ ਸਨ, ਇੱਕ ਸਥਿਰ ਸ਼ਹਿਰ ਦੇ ਲੋਕਾਂ ਨੇ ਉਹਨਾਂ ਨੂੰ ਆਪਣੇ ਨਗਰ ਵਿੱਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਯਹੂਨਾ ਅਤੇ ਉਸ ਦਾ ਭਰਾ ਯਾਕੂਬ ਉਸ ਨਗਰ ਦੇ ਲੋਕਾਂ ਤੋਂ ਗੁੱਸਾ ਸੀ ਜੋ ਯੀਸ਼ੂ ਦੇ ਜਾਣ ਵਾਲੇ ਰਾਹ ਨੂੰ ਬੰਦ ਕਰ ਰਹੇ ਸੀ। ਉਹਨਾਂ ਨੇ ਕਿਹਾ, ਪ੍ਰਭੂ ਜੀ, ਕੀ ਤੇਰੀ ਮਰਜ਼ੀ ਹੈ ਜੋ ਅਸੀਂ ਹੁਕਮ ਕਰੀਏ ਭਾਈ ਆਕਾਸ਼ੋਂ ਅੱਗ ਵਰਸੇ ਅਤੇ ਉਹਨਾਂ ਦਾ ਨਾਸ਼ ਕਰੇ? ਯਹੂਨਾ ਤੇ ਯਾਕੂਬ ਦਾ ਯੀਸ਼ੂ ਦੇ ਪ੍ਰਤੀ ਇੰਨਾ ਵੱਡਾ ਵਿਸ਼ਵਾਸ ਸੀ। ਜੋ ਲੋਕ ਨਹੀਂ ਜਾਣਦੇ ਸੀ ਕਿ ਯੀਸ਼ੂ ਅਸਲ ਵਿੱਚ ਕੌਣ ਸੀ, ਉਹਨਾਂ ਨੇ ਸਿਰਫ ਉਹਨਾਂ ਨੂੰ ਇੱਕ ਮਨੁੱਖ ਦੇ ਰੂਪ ਵਿੱਚ ਸਵੀਕਾਰ ਕੀਤਾ। ਜਦ ਲੋਕਾਂ ਨੇ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਤਾਂ ਯਹੂਨਾ ਅਤੇ ਯਾਕੂਬ ਸਹਿਣ ਨਹੀਂ ਕਰ ਸਕੇ। ਇਹ 4 ਖੁਸ਼ਖਬਰੀ ਦੀਆਂ ਪੁਸਤਕਾਂ ਵਿੱਚ ਦਰਜ ਹੈ ਕਿ ਇਹੀ ਕਾਰਨ ਸੀ ਕਿ ਯੀਸ਼ੂ ਨੇ ਯਹੂਨਾ ਦਾ ਉਪਨਾਮ ਬਨੀ ਰੋਗੀਜ ਅਰਥਾਤ ਗਰਜਨ ਦਾ ਪੁੱਤਰ ਰੱਖਿਆ।
ਇਹ ਦਿਖਾਉਂਦਾ ਹੈ ਕਿ ਯਹੂਨਾ ਅਸਲ ਵਿੱਚ ਯੀਸ਼ੂ ਮਸੀਹ ਨੂੰ ਕਿੰਨਾ ਪਿਆਰ, ਸਤਿਕਾਰ ਅਤੇ ਆਦਰ ਕਰਦਾ ਸੀ, ਕਿਉਂਕਿ ਉਹ ਯੀਸ਼ੂ ਦੇ ਰਾਹ ਦਾ ਪਾਲਣ ਕਰਨ ਵਾਲਾ ਵਿਅਕਤੀ ਸੀ। ਅਸੀਂ ਦੇਖ ਸਕਦੇ ਹਾਂ ਕਿ ਉਹ ਉਹਨਾਂ ਚੇਲਿਆਂ ਵਿੱਚੋਂ ਇੱਕ ਸੀ ਜਿਸ ਨੇ ਯਹੂਨਾ ਅਤੇ ਪਹਿਲਾ ਯਹੂਨਾ, ਦੂਜਾ ਯਹੂਨਾ ਅਤੇ ਤੀਜਾ ਯਹੂਨਾ ਦੀ ਖੁਸ਼ਖਬਰੀ ਦੇ ਦੁਆਰਾ ਪਰਮੇਸ਼ਰ ਦੇ ਪਿਆਰ ਨੂੰ ਸਭ ਤੋਂ ਸਪਸ਼ਟ ਰੂਪ ਨਾਲ ਪ੍ਰਗਟ ਕੀਤਾ। ਕੀ ਹੋਵੇਗਾ ਜੇਕਰ ਪਰਮੇਸ਼ਰ ਅੱਜ ਸਰੀਰ ਵਿੱਚ ਆਉਣ ਤਾਂ ਲੋਕਾਂ ਦੀ ਪ੍ਰਤੀਕਿਰਿਆ ਕਿਸ ਤਰ੍ਹਾਂ ਦੀ ਹੋਵੇਗੀ? ਅਸੀਂ ਪੂਰੀ ਬਾਈਬਲ ਵਿੱਚ ਇਸ ਤੱਥ ਤੇ ਵੱਖ-ਵੱਖ ਕਿਸਮਾਂ ਦੇ ਲੋਕਾਂ ਦੀ ਪ੍ਰਤੀਕਿਰਿਆ ਦੇਖ ਸਕਦੇ ਹਾਂ। ਉਹਨਾਂ ਵਿੱਚ ਉਹ ਲੋਕ ਸੀ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਅਤੇ ਹੋਰ ਅਜਿਹੇ ਵੀ ਸੀ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ ਸੀ। ਕਈਆਂ ਨੇ ਰੁਕਾਵਟਾਂ ਪਾਈਆਂ ਜਦਕਿ ਦੂਸਰਿਆਂ ਨੇ ਸਰਗਰਮੀ ਨਾਲ ਸਹਾਇਤਾ ਕੀਤੀ। ਕੁਝ ਨੇ ਸ਼ਰਧਾ ਨਾਲ ਪਾਲਣ ਕੀਤਾ ਜਦਕਿ ਕਿਸੇ ਨੇ ਲਾਲਚ ਵਿੱਚ ਸੁਆਹ ਹੋ ਕੇ 30 ਚਾਂਦੀ ਦੇ ਸਿੱਕਿਆਂ ਲਈ ਯੀਸ਼ੂ ਨੂੰ ਵੇਚ ਦਿੱਤਾ। ਇਸ ਤਰ੍ਹਾਂ ਅਸੀਂ ਨਵੇਂ ਨਿਯਮ ਅਤੇ ਪੁਰਾਣੇ ਨਿਯਮ ਦੋਵਾਂ ਵਿੱਚ ਲੋਕਾਂ ਵੱਲੋਂ ਵੱਖੋ ਵੱਖਰੀ ਪ੍ਰਤੀਕਿਰਿਆ ਦੇਖ ਸਕਦੇ ਹਾਂ। ਤਦ ਪਰਮੇਸ਼ਰ ਪ੍ਰਤੀ ਜੋ ਸਰੀਰ ਵਿੱਚ ਆਏ ਸੀ ਪਹਿਲੇ ਚਰਚ ਦੇ ਮੈਂਬਰਾਂ ਦੇ ਵਿਸ਼ਵਾਸ ਬਾਰੇ ਕੀ? ਆਓ ਅਸੀਂ ਦੂਸਰਾ ਯਹੂਨਾ ਅਧਿਆਇ 1:17 ਉੱਤੇ ਇੱਕ ਨਜ਼ਰ ਪਾਈਏ। ਕਿਉਂ ਜੋ ਬਾਲੇ ਛੱਲੀਏ ਸੰਸਾਰ ਵਿੱਚ ਨਿਕਲ ਆਏ ਹਨ, ਜੋ ਉਹ ਕੀ ਕਰਦੇ ਹਨ? ਜਿਹੜੇ ਯੀਸ਼ੂ ਮਸੀਹ ਦੇ ਦੇਹਧਾਰੀ ਹੋ ਕੇ ਆਉਣ ਨੂੰ ਨਹੀਂ ਮੰਨਦੇ ਹਨ। ਇਹ ਉਹਨਾਂ ਲੋਕਾਂ ਦੇ ਬਾਰੇ ਕੀ ਕਹਿੰਦਾ ਹੈ ਜੋ ਯੀਸ਼ੂ ਮਸੀਹ ਨੂੰ ਸਰੀਰ ਵਿੱਚ ਹੋ ਕੇ ਆਉਣ ਤੇ ਸਵੀਕਾਰ ਨਹੀਂ ਕਰਦੇ? ਸਲੇਡਾ ਅਤੇ ਮਸੀਹ ਦਾ ਵਿਰੋਧੀ ਇਹੀ ਹੈ। ਇਹ ਕਹਿੰਦਾ ਹੈ ਕਿ ਉਹ ਲੋਕ ਮਸੀਹ ਦੇ ਵੈਰੀ ਹਨ। ਜਦ ਸਰੀਰ ਵਿੱਚ ਆਏ ਪਰਮੇਸ਼ਰ ਉੱਤੇ ਵਿਸ਼ਵਾਸ ਕਰਨ ਦੀ ਗੱਲ ਆਉਂਦੀ ਹੈ ਤਾਂ ਪਹਿਲੇ ਚਰਚ ਨੇ ਇਸ ਨੂੰ ਕੁਦਰਤੀ ਸਮਝਿਆ। ਹਾਲਾਂਕਿ ਯਹੂਦੀਆਂ ਨੇ ਇਹ ਬੋਲਦੇ ਹੋਏ ਕਿ ਉਹ ਸਿਰਫ ਇੱਕ ਮਾਮੂਲੀ ਮਨੁੱਖ ਹੈ ਜੋ ਪਰਮੇਸ਼ਰ ਹੋਣ ਦਾ ਦਾਅਵਾ ਕਰਦਾ ਹੈ, ਯੀਸ਼ੂ ਨੂੰ ਸਤਾਇਆ, ਨਿੰਦਾ ਕੀਤੀ ਅਤੇ ਵਿਰੋਧ ਕੀਤਾ। ਦੂਸਰੇ ਪਾਸੇ ਪਹਿਲੇ ਚਰਚ ਦੇ ਸੰਤਾਂ ਨੇ ਕਿਹਾ, ਬੇਸ਼ੱਕ ਉਹ ਯਕੀਨਨ ਰੂਪ ਨਾਲ ਸਾਡੇ ਪਰਮੇਸ਼ਰ ਹਨ, ਜੋ ਵਿਸ਼ਵਾਸ ਨਹੀਂ ਕਰਦੇ ਉਹ ਮਸੀਹ ਦੇ ਵੈਰੀ ਹਨ, ਉਹ ਪਰਮੇਸ਼ਰ ਦੇ ਵੈਰੀ ਹਨ। ਇਹ ਦੇਖਦੇ ਹੋਏ ਕਿ ਪਹਿਲੇ ਚਰਚ ਦੇ ਮੈਂਬਰ ਨੇ ਕਿੰਨੀ ਦਲੇਰੀ ਨਾਲ ਪ੍ਰਚਾਰ ਕੀਤਾ, ਇਸ ਯੁੱਗ ਵਿੱਚ ਚਰਚ ਆਫ ਗੋਡ ਦੇ ਮੈਂਬਰਾਂ ਨੂੰ ਉਹਨਾਂ ਵਰਗੇ ਵਿਸ਼ਵਾਸ ਨੂੰ ਵਿਰਾਸਤ ਵਿੱਚ ਪ੍ਰਾਪਤ ਕਰਨਾ ਚਾਹੀਦਾ ਹੈ। ਸੰਸਾਰ ਸਾਡੇ ਚਰਚ ਨੂੰ ਇੱਕ ਭ੍ਰਿਸ਼ਟ ਅਤੇ ਵਿਗੜੇ ਨਜ਼ਰੀਏ ਨਾਲ ਦੇਖਦਾ ਹੈ ਕਿਉਂਕਿ ਸਾਡਾ ਚਰਚ ਇਸ ਤਰ੍ਹਾਂ ਦੇ ਵਿਸ਼ਵਾਸ ਨੂੰ ਰੱਖਦਾ ਹੈ। ਅਸਲ ਵਿੱਚ ਉਹ ਉਹੀ ਲੋਕ ਹਨ ਜੋ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਪਰਮੇਸ਼ਰ ਸਰੀਰ ਵਿੱਚ ਹੋ ਕੇ ਧਰਤੀ ਉੱਤੇ ਆਏ ਹਨ। ਇਸ ਦੇ ਦੁਆਰਾ ਉਹ ਖੁਦ ਨੂੰ ਭਰਮਾਉਣ ਵਾਲੇ ਦੇ ਰੂਪ ਵਿੱਚ ਪ੍ਰਗਟ ਕਰਦੇ ਹਨ ਜੋ ਮਸੀਹ ਦੇ ਵਿਰੋਧੀ ਆਤਮਾਵਾਂ ਦੁਆਰਾ ਨਿਰਧਾਰਿਤ ਹੁੰਦੇ ਹਨ। ਇਹ ਸਭ ਦੂਸਰਾ ਯਹੂਨਾ ਦੀ ਪੁਸਤਕ ਵਿੱਚ ਸਾਫ਼ ਤੌਰ ਤੇ ਦਿਖਾਇਆ ਗਿਆ ਹੈ। ਯਹੂਨਾ ਇਕੱਲਾ ਅਜਿਹਾ ਵਿਅਕਤੀ ਨਹੀਂ ਸੀ ਜਿਸ ਨੂੰ ਅਜਿਹਾ ਵਿਸ਼ਵਾਸ ਸੀ। ਆਓ ਪਹਿਲਾ ਤਿਮੋਥਿਉਸ ਅਧਿਆਇ 2:4 ਨੂੰ ਦੇਖੀਏ, ਜੋ ਚਾਹੁੰਦਾ ਹੈ ਭਾਈ ਸਾਰੇ ਮਨੁੱਖ ਬਚਾਏ ਜਾਣ ਅਤੇ ਉਹ ਸੱਤ ਦੇ ਗਿਆਨ ਤੱਕ ਪਹੁੰਚਣ, ਕਿਉਂ ਜੋ ਪਰਮੇਸ਼ਰ ਇੱਕੋ ਹੈ ਔਰ ਪਰਮੇਸ਼ਰ ਅਤੇ ਮਨੁੱਖਾਂ ਵਿੱਚ ਇੱਕੋ ਵਿਚੋਲਾ ਹੈ ਜਿਹੜਾ ਆਪ ਮਨੁੱਖ ਹੈ। ਅਰਥਾਤ ਉਹ ਕੌਣ ਹੈ? ਮਸੀਹ ਯੀਸ਼ੂ। ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਇਸ ਤੱਥ ਦੇ ਸੰਬੰਧ ਵਿੱਚ ਕਿ ਪਰਮੇਸ਼ਰ ਸਰੀਰ ਵਿੱਚ ਧਰਤੀ ਉੱਤੇ ਆਏ ਹਨ। ਸਿਰਫ ਰਸੂਲ ਯਹੂਨਾ ਹੀ ਵਿਸ਼ਵਾਸ ਕਰਨ ਵਾਲਾ ਵਿਅਕਤੀ ਨਹੀਂ ਸੀ। ਰਸੂਲ ਪੌਲਸ ਜਿਸ ਨੇ ਤਿਮੋਥਿਉਸ ਨੂੰ ਪੱਤਰ ਲਿਖਿਆ ਸੀ, ਉਸ ਦਾ ਵੀ ਉਹੀ ਨਜ਼ਰੀਆ ਅਤੇ ਵਿਸ਼ਵਾਸ ਸੀ। ਦੂਸਰੇ ਸ਼ਬਦਾਂ ਵਿੱਚ ਪਹਿਲੇ ਚਰਚ ਦੇ ਸੰਤਾਂ ਲਈ ਸਰੀਰ ਵਿੱਚ ਆਏ ਮਸੀਹ ਉਹਨਾਂ ਦੇ ਵਿਸ਼ਵਾਸ ਦਾ ਕੇਂਦਰ ਸੀ। ਫਿਰ ਪਵਿੱਤਰ ਆਤਮਾ ਦੇ ਇਸ ਯੁੱਗ ਵਿੱਚ ਸਾਡੇ ਕੋਲ ਕਿਸ ਤਰ੍ਹਾਂ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ? ਭਾਵੇਂ ਹੀ ਦੁਨੀਆ ਸਾਡੇ ਵਿਰੋਧ ਵਿੱਚ ਹੋ ਜਾਵੇ ਅਤੇ ਸਾਨੂੰ ਪਥਰਾ ਕਰਨ ਦੀ ਕੋਸ਼ਿਸ਼ ਕਰੇ, ਸਾਨੂੰ ਆਤਮਾ ਤੇ ਲਾੜੀ ਉੱਤੇ ਦ੍ਰਿੜ ਅਤੇ ਪੂਰਾ ਵਿਸ਼ਵਾਸ ਰੱਖਣਾ ਚਾਹੀਦਾ ਹੈ ਜੋ ਧਰਤੀ ਉੱਤੇ ਆਏ ਹਨ। ਸਾਨੂੰ ਇਸ ਸੱਚਾਈ ਦੀ ਗਵਾਹੀ ਦੇਣ ਵਾਲੇ ਬਣਨਾ ਚਾਹੀਦਾ ਹੈ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਜੇਕਰ ਪਰਮੇਸ਼ਰ ਸਰੀਰ ਵਿੱਚ ਧਰਤੀ ਉੱਤੇ ਨਹੀਂ ਆਉਂਦੇ, ਫਿਰ ਮਨੁੱਖ ਜਾਤੀ ਦਾ ਕੀ ਹੁੰਦਾ? ਮਨੁੱਖ ਜਾਤੀ ਨੂੰ ਮੁਕਤੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੁੰਦਾ। ਆਓ ਯੈਸ਼ਾਇਆ ਅਧਿਆਇ 25 ਉੱਤੇ ਇੱਕ ਨਜ਼ਰ ਪਾਈਏ। ਵੇਖੋ, ਇਹ ਸਾਡਾ ਪਰਮੇਸ਼ਰ ਹੈ, ਅਸੀਂ ਉਹਨੂੰ ਉਡੀਕਦੇ ਸਾਂ ਅਤੇ ਉਹ ਕੀ ਕਰੇਗਾ? ਉਹ ਸਾਨੂੰ ਬਚਾਵੇਗਾ। ਜੇਕਰ ਉਹ ਨਹੀਂ ਆਉਂਦੇ ਤਦ ਕਿ ਮੁਕਤੀ ਪਾਉਣ ਦਾ ਕੰਮ ਕੀਤਾ ਜਾ ਸਕਦਾ ਸੀ? ਬਿਲਕੁਲ ਨਹੀਂ। ਇਸ ਦੇ ਇਲਾਵਾ ਜਿਵੇਂ ਇਬਰਾਨੀਆਂ ਅਧਿਆਇ 9 ਵਿੱਚ ਲਿਖਿਆ ਗਿਆ ਹੈ, ਜਿਹੜੇ ਉਹਨੂੰ ਉਡੀਕਦੇ ਸਨ ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਕਿੰਨੀ ਵਾਰ? 2 ਵਾਰ ਪ੍ਰਗਟ ਹੋਵੇਗਾ। ਜੇਕਰ ਉਹ ਦੂਸਰੀ ਵਾਰ ਨਹੀਂ ਆਉਂਦੇ ਤਦ ਕਿ ਉਹ ਸੱਚਾਈ ਜੋ ਮੁਕਤੀ ਵੱਲ ਲੈ ਜਾਂਦੀ ਹੈ ਸਾਡੇ ਕੋਲ ਲਿਆਈ ਜਾ ਸਕਦੀ ਹੈ।
ਜੇਕਰ ਮੁਕਤੀ ਵੱਲ ਲੈ ਜਾਣ ਵਾਲੀ ਸੱਚਾਈ ਪ੍ਰਗਟ ਨਹੀਂ ਹੁੰਦੀ ਤਾਂ ਅਸੀਂ ਜੋ ਇਸ ਯੁੱਗ ਵਿੱਚ ਜੀ ਰਹੇ ਹਾਂ ਸਭ ਤੋਂ ਬਦਕਿਸਮਤ ਲੋਕ ਹੋਵਾਂਗੇ। ਅਜਿਹਾ ਇਸ ਲਈ ਹੈ ਕਿਉਂਕਿ ਕਿਸੇ ਨੂੰ ਵੀ ਮੁਕਤੀ ਦੀ ਆਸ਼ੀਸ਼ ਨਹੀਂ ਦਿੱਤੀ ਜਾ ਸਕਦੀ। ਸਾਨੂੰ ਇਸ ਤੱਥ ਉੱਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਪਿਤਾ ਅਤੇ ਮਾਤਾ ਧਰਤੀ ਉੱਤੇ ਆਏ ਅਤੇ ਸਾਰੀ ਮਨੁੱਖ ਜਾਤੀ ਸਾਹਮਣੇ ਇਸ ਬਾਰੇ ਸ਼ੇਖੀ ਮਾਨਣੀ ਚਾਹੀਦੀ ਹੈ। ਜੇਕਰ ਪਰਮੇਸ਼ਰ ਇਸ ਯੁੱਗ ਵਿੱਚ ਸਾਡੇ ਨਾਲ ਰਹਿਣ ਲਈ ਧਰਤੀ ਉੱਤੇ ਨਹੀਂ ਆਏ ਹੁੰਦੇ ਤਾਂ ਕਿ ਅਸੀਂ ਸਵਰਗ ਜਾਣ ਦੀ ਆਸ ਰੱਖਣ ਵਿੱਚ ਸਫਲ ਹੋ ਪਾਉਂਦੇ। ਅੱਜਕੱਲ ਕਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਫੈਲ ਗਿਆ ਹੈ ਅਤੇ ਇੱਥੇ ਤੱਕ ਕਿ ਨਵੇਂ ਕਰੋਨਾ ਵਾਇਰਸ ਵੀ ਸਾਹਮਣੇ ਆਏ ਹਨ। ਇਸ ਲਈ ਲੋਕ ਡਰ ਨਾਲ ਕੰਬ ਰਹੇ ਹਨ। ਕੀ ਹੋਵੇਗਾ ਜੇਕਰ ਮੈਂ ਇਸ ਮਹਾਮਾਰੀ ਦੌਰਾਨ ਮਰ ਗਿਆ? ਹਰ ਕੋਈ ਆਪਣੇ ਭਵਿੱਖ ਨੂੰ ਲੈ ਕੇ ਅਨਿਸ਼ਚਿਤ ਰਹਿੰਦੇ ਹੋਏ ਮੌਤ ਦੇ ਡਰ ਨਾਲ ਹਰ ਦਿਨ ਬਿਨਾਂ ਉਦੇਸ਼ ਦੇ ਜੀ ਰਹੇ ਹਨ। ਜਦ ਉਹ ਜੀਵਨ ਦੇ ਸਾਰੇ ਸੰਘਰਸ਼ਾਂ ਵਿੱਚੋਂ ਲੰਘਣ ਤੋਂ ਬਾਅਦ ਅੰਤ ਵਿੱਚ ਮਰ ਜਾਣਗੇ ਤਦ ਉਹਨਾਂ ਲਈ ਸਿਰਫ ਇੱਕ ਚੀਜ਼ ਉਡੀਕ ਕਰ ਰਹੀ ਹੈ, ਉਹ ਹੈ ਪਰਮੇਸ਼ਰ ਦੇ ਨਿਆਂ ਦਾ ਸਾਹਮਣਾ ਕਰਨਾ। ਇਸ ਲਈ ਸਾਨੂੰ ਆਪਣੇ ਜੀਵਨ ਦੇ ਹਰ ਦਿਨ ਸਰੀਰ ਵਿੱਚ ਧਰਤੀ ਉੱਤੇ ਆਉਣ ਲਈ ਸਾਡੇ ਪਰਮੇਸ਼ਰ ਦੀ ਮਹਿਮਾ ਕਰਨੀ ਚਾਹੀਦੀ ਹੈ। ਅਸੀਂ ਖੁਸ਼ਖਬਰੀ ਦੇ ਰਿਕਾਰਡਾਂ ਨੂੰ ਦੇਖ ਸਕਦੇ ਹਾਂ ਕਿ ਮਰੀਅਮ ਨੇ ਯਿਸੂ ਦੇ ਅੰਤਮ ਸੰਸਕਾਰ ਲਈ ਆਪਣੇ ਸਭ ਤੋਂ ਮਹਿੰਗੇ ਅਤਰ ਦੀ ਵਰਤੋਂ ਕੀਤੀ ਸੀ। ਅਜਿਹੇ ਲੋਕ ਸੀ ਜਿਨ੍ਹਾਂ ਨੇ ਸਰੀਰ ਵਿੱਚ ਆਏ ਪਰਮੇਸ਼ਰ ਦਾ ਸਤਿਕਾਰ ਕੀਤਾ ਅਤੇ ਫਰੀਸੀਆਂ ਅਤੇ ਸਦੂਕੀਆਂ ਵਰਗੇ ਦੁਸ਼ਟ ਲੋਕਾਂ ਦੇ ਸਮੂਹ ਵੀ ਸੀ ਜੋ ਇਹ ਸਾਜ਼ਿਸ਼ ਰਚਣ ਲਈ ਇਕੱਠੇ ਹੁੰਦੇ ਸੀ ਕਿ ਕਿਵੇਂ ਯਿਸੂ ਨੂੰ ਬਦਨਾਮ ਕਰ ਸਕਦੇ ਹਨ ਅਤੇ ਅੰਤ ਵਿੱਚ ਉਸ ਨੂੰ ਮਾਰ ਸਕਦੇ ਹਨ। ਇਹ ਲੋਕ ਮਨੁੱਖ ਦੇ ਰੂਪ ਵਿੱਚ ਧਰਤੀ ਉੱਤੇ ਰਹਿੰਦੇ ਹੋਏ ਉਹਨਾਂ ਸਾਰੀਆਂ ਬੁਰਾਈਆਂ ਨੂੰ ਫਿਰ ਤੋਂ ਦੁਹਰਾ ਰਹੇ ਹਨ ਜੋ ਉਹਨਾਂ ਨੇ ਸਵਰਗ ਵਿੱਚ ਕੀਤੀਆਂ ਸੀ। ਅੱਜ ਅਸੀਂ ਪਰਮੇਸ਼ਰ ਦੇ ਸਰੀਰ ਵਿੱਚ ਆਉਣ ਤੇ ਮਨੁੱਖ ਜਾਤੀ ਦੀ ਪ੍ਰਤੀਕਿਰਿਆ ਉਪਦੇਸ਼ ਦਾ ਅਧਿਐਨ ਕਰ ਰਹੇ ਹਾਂ। ਅੱਜ ਦੇ ਉਪਦੇਸ਼ ਦੇ ਦੁਆਰਾ ਸਾਨੂੰ ਹਰ ਦਿਨ ਖੁਦ ਤੋਂ ਇਹ ਪੁੱਛਣਾ ਚਾਹੀਦਾ ਹੈ, ਸਾਨੂੰ ਧਰਤੀ ਉੱਤੇ ਆਏ ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਦਾ ਆਦਰ ਅਤੇ ਸਤਿਕਾਰ ਕਿਵੇਂ ਕਰਨਾ ਚਾਹੀਦਾ ਹੈ। ਧਰਤੀ ਉੱਤੇ ਰਹਿੰਦੇ ਹੋਏ ਬਾਈਬਲ ਦਾ ਚੰਗੀ ਤਰ੍ਹਾਂ ਪ੍ਰਚਾਰ ਕਰਨ ਦੀ ਅਤੇ ਸਿਖਾਉਣ ਦੀ ਯੋਗਤਾ ਹੋਣਾ ਚੰਗਾ ਹੈ, ਪਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਜੋ ਕੁਝ ਵੀ ਕਰਦੇ ਹਾਂ ਉਸ ਦਾ ਮੁੱਲ ਇਸ ਪ੍ਰਸ਼ਨ ਤੋਂ ਪੈਦਾ ਹੋਣਾ ਚਾਹੀਦਾ ਹੈ, ਮੈਂ ਪਰਮੇਸ਼ਰ ਦਾ ਆਦਰ ਅਤੇ ਸਤਿਕਾਰ ਕਿਵੇਂ ਕਰ ਸਕਦਾ ਹਾਂ। ਕਿ ਅਸੀਂ ਸਭ ਖੁਸ਼ਖਬਰੀ ਦੇ ਕੰਮ ਵਿੱਚ ਹਿੱਸਾ ਇਸ ਲਈ ਹੀ ਨਹੀਂ ਲੈ ਰਹੇ ਕਿਉਂਕਿ ਅਸੀਂ ਪਰਮੇਸ਼ਰ ਦੇ ਵਚਨ ਦਾ ਪਾਲਨ ਕਰਨਾ ਚਾਹੁੰਦੇ ਹਾਂ। ਅੱਜ ਅਸੀਂ ਪਰਮੇਸ਼ਰ ਦੇ ਸਰੀਰ ਵਿੱਚ ਧਰਤੀ ਉੱਤੇ ਆਉਣ ਦੇ ਮਾਮਲਿਆਂ ਉੱਤੇ ਵਿਚਾਰ ਕਰ ਰਹੇ ਹਾਂ। ਜਦ ਅਸੀਂ ਸਵਰਗ ਵਾਪਸ ਜਾਂਦੇ ਹਾਂ ਤਦ ਕਿ ਸਾਡੇ ਵਿਸ਼ਵਾਸ ਦਾ ਪੱਧਰ ਇਹ ਕਹਿਣ ਲਈ ਕਾਫੀ ਹੋਵੇਗਾ ਕਿ ਪਿਤਾ ਅਤੇ ਮਾਤਾ ਜੀ, ਤੁਸੀਂ ਸਾਨੂੰ ਆਪਣੇ ਬਾਰੇ ਪੂਰੀ ਸਮਝ ਦਿੱਤੀ ਹੈ, ਇਸ ਲਈ ਅਸੀਂ ਅਬਰਾਹਮ ਵਾਂਗੂ ਪੂਰੇ ਮਨ ਨਾਲ ਤੁਹਾਡੀ ਸੇਵਾ ਕੀਤੀ ਕਿ ਅਸੀਂ ਸਵਰਗਦੂਤਾਂ ਸਾਹਮਣੇ ਆਪਣੇ ਵਿਸ਼ਵਾਸ ਬਾਰੇ ਸ਼ੇਖੀ ਮਾਰਨ ਵਿੱਚ ਸਫਲ ਹੋ ਪਾਵਾਂਗੇ। ਜਦ ਮੈਂ ਇਸ ਦ੍ਰਿਸ਼ ਬਾਰੇ ਸੋਚ ਰਿਹਾ ਸੀ ਮੈਨੂੰ ਮਹਿਸੂਸ ਹੋਇਆ ਕਿ ਭਲੇ ਹੀ ਮਨੁੱਖ ਜਾਤੀ ਪਰਮੇਸ਼ਰ ਨੂੰ ਨਹੀਂ ਜਾਣਦੀ ਅਤੇ ਪਰਮੇਸ਼ਰ ਨਾਲ ਅਸ਼ਲੀਲ ਵਿਵਹਾਰ ਕਰਦੀ ਹੈ, ਸਾਨੂੰ ਉਸ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਕਰਨੀ ਚਾਹੀਦੀ ਹੈ ਜਿਵੇਂ ਉਹ ਕਰਦੇ ਹਨ। ਪਰਮੇਸ਼ਰ ਨੇ ਕਿਹਾ ਕਿ ਉਹ ਆਪਣੇ ਲੋਕਾਂ ਨੂੰ ਧਰਤੀ ਤੋਂ ਲੈ ਲੈਣਗੇ ਅਤੇ ਉਹਨਾਂ ਨੂੰ ਨਵੀਂ ਸ੍ਰਿਸ਼ਟੀ ਬਣਾਉਣਗੇ। ਜਿਵੇਂ ਕਿ ਮਰੀਅਮ, ਪਤਰਸ ਅਤੇ ਅਬਰਾਹਮ ਦੇ ਬਾਰੇ ਜੋ ਪਰਮੇਸ਼ਰ ਨੂੰ ਠੀਕ ਤਰ੍ਹਾਂ ਜਾਣਦੇ ਸੀ ਅਤੇ ਪਰਮੇਸ਼ਰ ਦੀ ਸੇਵਾ ਅਤੇ ਸਤਿਕਾਰ ਕਰਨਾ ਜਾਣਦੇ ਸੀ ਕਿ ਪਰਮੇਸ਼ਰ ਨੇ ਉਹਨਾਂ ਨੂੰ ਪ੍ਰਜਾ ਜੋ ਉਤਪੰਨ ਹੋਵੇਗੀ ਨਹੀਂ ਕਿਹਾ ਸੀ। ਆਓ ਇੱਕ ਨਜ਼ਰ ਪਾਉਂਦੇ ਹਾਂ। ਆਓ ਅਸੀਂ ਜ਼ਬੂਰਾ ਦੀ ਪੋਥੀ ਅਧਿਆਇ 102 ਵਚਨ 12 ਤੋਂ 18 ਦੇਖੀਏ। ਪਰ ਤੂੰ ਹੈ ਯਹੋਵਾ ਸਦਾ ਤੀਕ ਬਿਰਾਜਮਾਨ ਰਹੇਗਾ ਅਤੇ ਤੇਰਾ ਸਿਮਰਨ ਪੀੜ੍ਹੀਓਂ ਪੀੜ੍ਹੀ ਤੀਕ ਤੂੰ ਉੱਠੇਗਾ ਅਤੇ ਸਿਓਨ ਉੱਤੇ ਰਹਿਮ ਕਰੇਗਾ ਕਿਉਂ ਜੋ ਤਰਸ ਖਾਣ ਦਾ ਸਮਾਂ ਸਗੋਂ ਥਾਪਿਆ ਹੋਇਆ ਵੇਲਾ ਆ ਪੁੱਜਿਆ ਹੈ। ਤੇਰੇ ਦਾਸ ਤਾਂ ਉਹਦੇ ਪੱਥਰਾਂ ਵਿੱਚ ਪ੍ਰਸੰਨ ਹੁੰਦੇ ਹਨ ਅਤੇ ਉਹਦੇ ਥੇ ਉੱਤੇ ਤਰਸ ਖਾਂਦੇ ਹਨ। ਇਉਂ ਕੌਮਾਂ ਯਹੋਵਾ ਦੇ ਨਾਮ ਤੋਂ ਪੈ ਖਾਣਗੀਆਂ ਅਤੇ ਧਰਤੀ ਦੇ ਸਾਰੇ ਰਾਜਾ ਤੇਰੇ ਪ੍ਰਤਾਪ ਤੋਂ, ਧਰਤੀ ਦੇ ਸਾਰੇ ਰਾਜੇ ਯਹੋਵਾ ਦਾ ਭੈ ਮੰਨਣਗੇ। ਅਜਿਹਾ ਪਲ ਵੀ ਜ਼ਰੂਰ ਆਵੇਗਾ। ਆਓ ਵਚਨ 16 ਦੇ ਵਚਨ ਨੂੰ ਦੇਖੀਏ। ਜਦ ਯਹੋਵਾ ਨੇ ਸਿਓਨ ਨੂੰ ਬਣਾਇਆ ਤਾਂ ਉਹ ਆਪਣੇ ਪ੍ਰਤਾਪ ਵਿੱਚ ਪ੍ਰਗਟ ਹੋਇਆ। ਉਸਨੇ ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ ਅਤੇ ਉਹਨਾਂ ਦੀ ਪ੍ਰਾਰਥਨਾ ਨੂੰ ਤੁੱਛ ਨਾ ਜਾਤਾ। ਇਹ ਗੱਲ ਆਉਣ ਵਾਲੀ ਪੀੜ੍ਹੀ ਲਈ ਲਿਖੀ ਜਾਵੇਗੀ ਅਤੇ ਜਿਹੜੀ ਪ੍ਰਜਾ ਉਤਪੰਨ ਹੋਵੇਗੀ ਉਹ ਯਹੋਵਾ ਦੀ ਉਸਤਤ ਕਰੇਗੀ। ਉਹ ਪ੍ਰਜਾ ਜੋ ਉਤਪੰਨ ਹੋਵੇਗੀ ਕਿੱਥੋਂ ਆਵੇਗੀ? ਉਹ ਸਭ ਸਿਓਨ ਤੋਂ ਆਵੇਗੀ। ਜਦ ਪਰਮੇਸ਼ਰ ਸਿਓਨ ਦਾ ਦੁਬਾਰਾ ਨਿਰਮਾਣ ਕਰਦੇ ਹਨ ਅਤੇ ਆਪਣੀ ਮਹਿਮਾ ਵਿੱਚ ਦਿਖਾਈ ਦਿੰਦੇ ਹਨ ਤਦ ਇੱਕ ਪ੍ਰਜਾ ਜੋ ਬਣਾਈ ਜਾਵੇਗੀ
ਉਹੀ ਯਹੋਵਾ ਦੀ ਉਸਤਤ ਕਰੇਗੀ। ਵਚਨ 19, ਉਸਨੇ ਤਾਂ ਆਪਣੇ ਪਵਿੱਤਰ ਸਥਾਨ ਦੀ ਉਚਾਈ ਤੋਂ ਨਿਗਾਹ ਕੀਤੀ ਹੈ। ਯਹੋਵਾ ਨੇ ਸਵਰਗ ਤੋਂ ਧਰਤੀ ਨੂੰ ਡਿੱਠਾ, ਭਾਈ ਅਸੀਰ ਦਾ ਹੋਕਾ ਸੁਣੇ ਅਤੇ ਮਰਨ ਵਾਲਿਆਂ ਨੂੰ ਛੁਡਾਵੇ, ਤਾਂ ਜੋ ਲੋਕ ਸਿਯੋਨ ਵਿੱਚ ਯਹੋਵਾ ਦੇ ਨਾਮ ਦਾ ਅਤੇ ਯਰੂਸ਼ਲਮ ਵਿੱਚ ਉਸ ਦੀ ਉਸਤਤ ਦਾ ਪ੍ਰਚਾਰ ਕਰਨ। ਜਦ ਲੋਕ ਅਤੇ ਰਚਵਾੜੇ ਯਹੋਵਾ ਦੀ ਉਪਾਸਨਾ ਕਰਨ ਲਈ ਇਕੱਠੇ ਹੋਣ, ਜਦ ਪਰਮੇਸ਼ਰ ਦੀ ਮਹਿਮਾ ਪੂਰੀ ਤਰ੍ਹਾਂ ਪ੍ਰਗਟ ਕੀਤੀ ਜਾਂਦੀ ਹੈ, ਤਦ ਸੰਸਾਰ ਦੇ ਸਾਰੇ ਲੋਕ ਪਰਮੇਸ਼ਰ ਦਾ ਵਿਰੋਧ ਕਰਨ ਜਾਂ ਪਰਮੇਸ਼ਰ ਦੀ ਮਹਿਮਾ ਦੀ ਨਿੰਦਾ ਕਰਨ ਦੀ ਹਿੰਮਤ ਨਹੀਂ ਕਰਨਗੇ। ਜਦ ਪਰਮੇਸ਼ਰ ਧਰਤੀ ਉੱਤੇ ਮਨੁੱਖੀ ਰੂਪ ਵਿੱਚ ਆਉਂਦੇ ਹਨ, ਤਦ ਸਾਨੂੰ ਉਹਨਾਂ ਨੂੰ ਪਰਮੇਸ਼ਰ ਦੇ ਰੂਪ ਵਿੱਚ ਸਵੀਕਾਰ ਕਰਨ ਵਿੱਚ ਸਫਲ ਹੋਣਾ ਚਾਹੀਦਾ ਹੈ, ਜਿਵੇਂ ਅਬਰਾਹਮ ਅਤੇ ਰਸੂਲ ਯਹੂਨਾ ਨੇ ਕੀਤਾ ਸੀ। ਸਾਨੂੰ ਇਸ ਤੱਥ ਪੂਰੇ ਅਤੇ ਪੱਕੇ ਵਿਸ਼ਵਾਸ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਨਹੀਂ ਤਾਂ ਅਸੀਂ ਇਹ ਸਮਝਣ ਵਿੱਚ ਅਸਮਰਥ ਹੋਵਾਂਗੇ ਕਿ ਸਾਡੀ ਮੁਕਤੀ ਲਈ ਕੀ ਜ਼ਰੂਰੀ ਹੈ, ਅਤੇ ਨਾ ਹੀ ਮਸੀਹ ਨੂੰ ਸਵੀਕਾਰ ਕਰਾਂਗੇ ਜੋ ਸਾਰੇ ਭੇਤਾਂ ਦੇ ਭੇਤ ਵਜੋਂ ਆਏ ਸਨ। ਜੋ ਲੋਕ ਪਰਮੇਸ਼ਰ ਨੂੰ ਸਵੀਕਾਰ ਨਹੀਂ ਕਰਦੇ, ਜੋ ਸਰੀਰ ਵਿੱਚ ਆਏ ਹਨ, ਉਹ ਮਸੀਹ ਦੇ ਵਿਰੋਧੀ ਅਤੇ ਛਲੀਏ ਦੀ ਆਤਮਾ ਹੈ। ਇਸ ਲਈ ਭਾਵੇਂ ਉਹ ਵਿਸ਼ਵਾਸ ਨਹੀਂ ਕਰਦੇ ਹਨ, ਸਾਨੂੰ ਉਹਨਾਂ ਦੇ ਧੋਖੇ ਤੋਂ ਘੜੀਸੇ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਅਸੀਂ ਸੱਚਾਈ ਦੇ ਗਵਾਹ ਹਾਂ ਅਤੇ ਖੁਸ਼ਖਬਰੀ ਨੂੰ ਜਾਣਦੇ ਹਾਂ। ਸਾਨੂੰ ਦੁਨੀਆ ਨੂੰ ਉਹ ਦੱਸਣਾ ਚਾਹੀਦਾ ਹੈ ਜੋ ਅਸੀਂ ਜਾਣਦੇ ਹਾਂ। ਪਵਿੱਤਰ ਆਤਮਾ ਦੇ ਇਸ ਯੁੱਗ ਵਿੱਚ ਸਾਨੂੰ ਉਹਨਾਂ ਗਵਾਹਾਂ ਦਾ ਮਿਸ਼ਨ ਦਿੱਤਾ ਗਿਆ ਹੈ ਜੋ ਇਸ ਯੁੱਗ ਵਿੱਚ ਪ੍ਰਗਟ ਹੋਏ ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਦੇ ਬਾਰੇ ਸਾਖੀ ਦਿੰਦੇ ਹਨ। ਪਿਤਾ ਦੇ ਯੁੱਗ ਦੇ ਗਵਾਹਾਂ ਨੇ ਯਹੋਵਾ ਪਰਮੇਸ਼ਰ ਦੇ ਬਾਰੇ ਗਵਾਹੀ ਦਿੱਤੀ, ਅਤੇ ਕਿ ਪੁੱਤਰ ਦੇ ਯੁੱਗ ਦੇ ਗਵਾਹ ਯੀਸ਼ੂ ਮਸੀਹ ਦੇ ਬਾਰੇ ਗਵਾਹੀ ਨਹੀਂ ਦਿੰਦੇ ਸੀ। ਜਦ ਤੱਕ ਯੀਸ਼ੂ ਮਸੀਹ ਨੂੰ ਸਾਰੇ ਲੋਕੀ ਨਹੀਂ ਜਾਣਦੇ ਸੀ, ਤਦ ਤੱਕ ਉਹਨਾਂ ਨੇ ਕਿੰਨੇ ਦੁੱਖ ਨੂੰ ਝੱਲਿਆ। ਇਸ ਯੁੱਗ ਵਿੱਚ ਵੀ ਅਜਿਹਾ ਹੀ ਹੈ। ਜਿਵੇਂ ਕਿ ਅਸੀਂ ਕਰੋਨਾ ਵਾਇਰਸ ਦੇ ਕਾਰਨ ਵੱਖ-ਵੱਖ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਾਂ, ਸਾਨੂੰ ਪਿਤਾ ਤੇ ਮਾਤਾ ਜੀ ਬਾਰੇ ਸੱਚਾਈ ਨੂੰ ਹੋਰ ਵਧੇਰੀ ਮਿਹਨਤ ਅਤੇ ਵੱਡੇ ਉਤਸ਼ਾਹ ਨਾਲ ਪਹੁੰਚਾਉਣਾ ਚਾਹੀਦਾ ਹੈ। ਇੱਕ ਵਾਰ ਜਦ ਅਸੀਂ ਪ੍ਰਚਾਰ ਕਰਦੇ ਹਾਂ ਅਤੇ ਵਚਨ ਨੂੰ ਬੀਜਦੇ ਹਾਂ, ਤਦ ਪਰਮੇਸ਼ਰ ਉੱਥੋਂ ਰਾਸਤਾ ਖੋਲ ਦੇਣਗੇ। ਇਹ ਹੀ ਕਾਰਨ ਹੈ ਕਿ ਰਸੂਲ ਯਹੂਨਾ ਅਤੇ ਪੌਲੁਸ ਨੇ ਦਲੇਰੀ ਨਾਲ ਗਵਾਹੀ ਦਿੱਤੀ ਕਿ ਯੀਸ਼ੂ ਹੀ ਮਸੀਹ ਹੈ। ਪਤਰਸ ਨੇ ਵੀ ਦਲੇਰੀ ਨਾਲ ਗਵਾਹੀ ਦਿੰਦੇ ਹੋਏ ਕਿਹਾ, ਤੂੰ ਮਸੀਹ ਜਿਉਂਦੇ ਪਰਮੇਸ਼ਰ ਦਾ ਪੁੱਤਰ ਹੈ। ਇਸ ਤਰ੍ਹਾਂ ਅਸੀਂ ਪੂਰੇ ਨਵੇਂ ਨਿਯਮ ਵਿੱਚ ਅਜਿਹੇ ਕਈ ਰਿਕਾਰਡ ਪਾ ਸਕਦੇ ਹਾਂ, ਅਤੇ ਰਸੂਲਾਂ ਦੇ ਕਰਤੱਵ ਦੀ ਪੁਸਤਕ ਵਿੱਚ ਲਿਖਿਆ ਹੈ, ਅਤੇ ਉਹ ਰੋਜ਼ ਖੁਸ਼ਖਬਰੀ ਸੁਣਾਉਣ ਤੋਂ ਨਾ ਹਟੇ, ਭਾਈ ਯੀਸ਼ੂ ਉਹੀ ਮਸੀਹ ਹੈ। ਸਾਡੇ ਸਿਖਾਉਣ ਲਈ ਕੋਈ ਦੂਸਰੀ ਚੀਜ਼ ਨਹੀਂ ਹੈ, ਯੀਸ਼ੂ ਹੀ ਮਸੀਹ ਹੈ। ਉਹ ਉਹੀ ਮਸੀਹਾ ਹੈ ਜਿਨ੍ਹਾਂ ਦੇ ਅਸੀਂ ਉਡੀਕ ਕਰਦੇ ਆਏ ਸੀ। ਜਦ ਇਸ ਤਰ੍ਹਾਂ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਗਿਆ ਤਾਂ ਲੋਕਾਂ ਦੀ ਵੱਖਰੀ ਪ੍ਰਤੀਕਿਰਿਆ ਸੀ। ਮਸੀਹ ਅਸਲ ਵਿੱਚ ਧਰਤੀ ਉੱਤੇ ਆਏ ਸੀ। ਅਸੀਂ ਉਹਨਾਂ ਨਾਲ ਮਿਲੇ ਹਾਂ ਜਿਨ੍ਹਾਂ ਦੀ ਅਸੀਂ ਉਡੀਕ ਕਰ ਰਹੇ ਹਾਂ। ਪੱਕਾ ਹੀ ਉਹ ਮਸੀਹਾ ਹੈ। ਉਹ ਦੂਸਰੀ ਵਾਰ ਆਏ ਮਸੀਹ ਹਨ। ਕੁਝ ਇਸ ਨੂੰ ਸਵੀਕਾਰ ਕਰਦੇ ਹਨ, ਪਰ ਯਹੂਦੀਆਂ ਅਤੇ ਸਦੂਕੀਆਂ ਵਰਗੇ ਲੋਕ ਵੀ ਹਨ ਜੋ ਸਾਡਾ ਮਖੌਲ ਉਡਾਉਂਦੇ, ਸਾਡਾ ਮਜ਼ਾਕ ਉਡਾਉਂਦੇ ਅਤੇ ਚੀਖਾਂ ਮਾਰਦੇ ਹਨ। ਇੱਕ ਮਾਮੂਲੀ ਮਨੁੱਖ ਕਿਵੇਂ ਪਰਮੇਸ਼ਰ ਹੋ ਸਕਦਾ ਹੈ? ਕਿ ਕੋਈ ਕਾਰਨ ਨਹੀਂ ਹੈ। ਬਾਈਬਲ ਨੇ ਇਸ ਦਾ ਕਾਰਨ ਕੀ ਕਿਹਾ ਸੀ? ਆਓ ਅਸੀਂ ਯਸ਼ਾਇਆ ਅਧਿਆਇ 8 ਉੱਤੇ ਜਾਈਏ। ਯਸ਼ਾਇਆ ਅਧਿਆਇ 8 ਵਚਨ 13। ਸੈਨਾ ਦਾ ਯਹੋਵਾ, ਉਹਨੂੰ ਪਵਿੱਤਰ ਮੰਨੋ, ਅਤੇ ਉਹ ਤੁਹਾਡੇ ਲਈ ਭੈ ਅਤੇ ਉਹ ਤੁਹਾਡੇ ਲਈ ਕਾਂਬਾ ਹੋਵੇ। ਉਹ ਪਵਿੱਤਰ ਸਥਾਨ ਹੋਵੇਗਾ। ਪਰ ਇਜ਼ਰਾਈਲ ਦੇ ਦੋਹਾਂ ਘਰਾਣਿਆਂ ਲਈ ਠੋਕਰ ਦਾ ਪੱਥਰ ਅਤੇ ਠੇਸ ਖਾਣ ਦੀ ਚੱਟਾਨ, ਅਤੇ ਯਰੂਸ਼ਲਮ ਦੇ ਵਾਸੀਆਂ ਲਈ ਫਾਹੀ ਤੇ ਫੰਦਾ ਹੋਵੇਗਾ। ਬਹੁਤੇ ਉਹਨਾਂ ਵਿੱਚ ਠੇਡੇ ਖਾਣਗੇ ਅਤੇ ਡਿੱਗਣਗੇ ਅਤੇ ਚੂਰ-ਚੂਰ ਹੋ ਜਾਣਗੇ ਅਤੇ ਫਾਹੇ ਜਾਣਗੇ ਅਤੇ ਫੜੇ ਜਾਣਗੇ। ਬਾਈਬਲ ਅਤੇ ਨਬੀਆਂ ਨੇ ਪਹਿਲਾਂ ਤੋਂ ਹੀ ਭਵਿੱਖ ਨੂੰ ਦੇਖਿਆ। ਉਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਕੀ ਹੋਵੇਗਾ ਜੇਕਰ ਇਹ ਘੋਸ਼ਣਾ ਕੀਤੀ ਜਾਵੇ ਕਿ ਪਰਮੇਸ਼ਰ ਸਰੀਰ ਵਿੱਚ ਧਰਤੀ ਉੱਤੇ ਆਏ ਹਨ। ਪਰ ਪੂਰੀ ਮਨੁੱਖ ਜਾਤੀ ਵਿੱਚ ਲੋਕ ਜੋ ਸਹੀ ਤਰੀਕੇ ਨਾਲ ਪਛਾਣਦੇ ਹਨ, ਪਰਮੇਸ਼ਰ ਕੋਲ ਆਉਂਦੇ ਹਨ ਅਤੇ ਵਿਸ਼ਵਾਸ ਕਰਦੇ ਹਨ। ਉਹ ਪਰਮੇਸ਼ਰ ਦੀ ਸੰਤਾਨ ਦੇ ਰੂਪ ਵਿੱਚ ਬੁਲਾਏ ਜਾਂਦੇ ਹਨ। ਪਰਮੇਸ਼ਰ ਉਹਨਾਂ ਨੂੰ ਕਹਿੰਦੇ ਹਨ, ਤੁਸੀਂ ਹੀ ਉਹ ਲੋਕ ਹੋ ਜੋ ਬਣਾਏ ਜਾਣਗੇ, ਅਤੇ ਉਹ ਲੋਕ ਹੋ ਜੋ ਸਿਯੋਨ ਵਿੱਚ ਰਹਿਣ ਦੇ ਯੋਗ ਹਨ।
ਬਾਈਬਲ ਕਹਿੰਦੀ ਹੈ ਕਿ ਮਸੀਹ ਇੱਕ ਅਜਿਹਾ ਪੱਥਰ ਹੈ ਜੋ ਮਨੁੱਖਾਂ ਨੂੰ ਠੋਕਰ ਖਵਾਉਂਦਾ ਹੈ ਅਤੇ ਉਹ ਚੱਟਾਨ ਹੈ ਜੋ ਉਹਨਾਂ ਨੂੰ ਸਿੱਟ ਦਿੰਦੀ ਹੈ। ਇਹ ਉਹਨਾਂ ਲਈ ਦਿੱਤੇ ਗਏ ਵਚਨ ਹਨ ਜਿਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਦਾ। ਜੋ ਬਚਾਏ ਜਾਣਗੇ ਉਹਨਾਂ ਲਈ ਉਹ ਸਾਰੇ ਖਜ਼ਾਨਿਆਂ ਦਾ ਖਜ਼ਾਨਾ ਹੈ। ਆਓ ਪਹਿਲਾ ਪਤਰਸ ਅਧਿਆਇ 2 ਨੂੰ ਦੇਖੀਏ। ਪਹਿਲਾ ਪਤਰਸ ਅਧਿਆਇ 2 ਵਚਨ 1। ਇਸ ਕਾਰਨ ਤੁਸੀਂ ਸਾਰੀ ਬਦੀ, ਸਾਰਾ ਛਲ, ਕਪਟ, ਖਾਰ ਅਤੇ ਸਾਰੀਆਂ ਚੁਗਲੀਆਂ ਨੂੰ ਛੱਡ ਕੇ ਨਵਿਆਂ ਜੰਮਿਆ ਹੋਇਆ ਬੱਚਿਆਂ ਵਾਂਗ ਆਤਮਕ ਅਤੇ ਖਾਲਸ ਦੁੱਧ ਦੀ ਲੋਚ ਕਰੋ। ਭਾਈ ਤੁਸੀਂ ਉਸ ਨਾਲ ਮੁਕਤੀ ਲਈ ਵੱਧਦੇ ਜਾਓ। ਜੇਕਰ ਤਾਂ ਤੁਸੀਂ ਸਵਾਦ ਚੱਖ ਕੇ ਵੇਖਿਆ, ਭਾਈ ਪ੍ਰਭੂ ਕਿਰਪਾਲੂ ਹੈ, ਜਿਹਦੇ ਕੋਲ ਤੁਸੀਂ ਆਏ ਹੋ। ਜਾਣੋ ਇੱਕ ਜਿਉਂਦੇ ਪੱਥਰ ਕੋਲ, ਜਿਹੜਾ ਮਨੁੱਖਾਂ ਕੋਲੋਂ ਤਾਂ ਰੱਦਿਆ ਗਿਆ ਪਰੰਤੂ ਪਰਮੇਸ਼ਰ ਦੇ ਭਾਣੇ ਚੁਣਿਆ ਹੋਇਆ ਅਤੇ ਅਨਮੋਲ ਹੈ। ਤੁਸੀਂ ਆਪ ਵੀ ਜਿਉਂਦੇ ਪੱਥਰਾਂ ਦੀ ਨਿਆਈ ਹੋ ਕੇ ਆਤਮਿਕ ਘਰ ਉਸਰਦੇ ਜਾਓ। ਭਾਈ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ, ਤਾਂ ਜੋ ਤੁਸੀਂ ਆਤਮਿਕ ਬਲੀਦਾਨ ਚੜਾਓ ਜਿਹੜੇ ਯੀਸ਼ੂ ਮਸੀਹ ਦੇ ਰਾਹੀਂ ਪਰਮੇਸ਼ਰ ਨੂੰ ਪਾਉਂਦੇ ਹਨ। ਇਸ ਲਈ ਜੋ ਧਰਮ ਪੁਸਤਕ ਵਿੱਚ ਇਹ ਲਿਖਿਆ ਹੈ, ਵੇਖੋ ਮੈਂ ਸਿਯੋਨ ਵਿੱਚ ਇੱਕ ਖੂੰਜੇ ਦਾ ਪੱਥਰ ਚੁਣਿਆ ਹੋਇਆ ਅਮੋਲਕ ਰੱਖਦਾ ਹਾਂ, ਅਤੇ ਜਿਹੜਾ ਉਸ ਉੱਤੇ ਪ੍ਰਤੀਤ ਕਰਦਾ ਹੈ ਕਦੇ ਸ਼ਰਮਿੰਦਾ ਨਾ ਹੋਵੇਗਾ। ਸੋ ਉਹ ਤੁਹਾਡੇ ਲਈ ਜਿਹੜੇ ਨੀਚਾ ਕਰਦੇ ਹੋ ਅਮੋਲਕ ਹੈ, ਪਰ ਜਿਹੜੇ ਨੀਚਾ ਨਹੀਂ ਕਰਦੇ, ਜਿਸ ਪੱਥਰ ਨੂੰ ਰਾਜਾ ਨੇ ਰੱਦਿਆ, ਸੋ ਹੀ ਖੂੰਜੇ ਦਾ ਸਿਰਾ ਹੋ ਗਿਆ ਅਤੇ ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚੱਟਾਨ। ਉਹ ਅਨਆਗਿਆਕਾਰ ਹੋ ਕੇ ਬਚਨ ਤੋਂ ਠੋਕਰ ਖਾਂਦੇ ਹਨ, ਜਿਹਦੇ ਲਈ ਉਹ ਠਹਿਰਾਏ ਵੀ ਗਏ ਸਨ। ਪਰ ਤੁਸੀਂ ਚੁਣਿਆ ਹੋਇਆ ਵੰਸ਼, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ਰ ਦੀ ਖਾਸ ਪ੍ਰਜਾ ਹੋ। ਭਾਈ ਤੁਸੀਂ ਉਹਦਿਆਂ ਗੁਣਾਂ ਦਾ ਪ੍ਰਚਾਰ ਕਰੋ, ਜਿਹਨੇ ਤੁਹਾਨੂੰ ਹਨੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ। ਪਰਮੇਸ਼ਰ ਦੇ ਲੋਕ ਹੋਣ ਤੋਂ ਪਹਿਲਾਂ ਅਸੀਂ ਸਿਰਫ ਪਰਾਈ ਕੌਮ ਸੀ, ਪਰ ਹੁਣ ਸਾਨੂੰ ਪਰਮੇਸ਼ਰ ਉੱਤੇ ਸਹੀ ਵਿਸ਼ਵਾਸ ਹੈ, ਜੋ ਸਰੀਰ ਵਿੱਚ ਧਰਤੀ ਉੱਤੇ ਆਏ ਹਨ। ਅਸੀਂ ਮੁਕਤੀ ਦੇ ਪਵਿੱਤਰ ਕੰਮ ਵਿੱਚ ਹਿੱਸਾ ਲੈਣ ਵਿੱਚ ਸਫਲ ਹਾਂ, ਜਿਸ ਦੀ ਅਗਵਾਈ ਪਰਮੇਸ਼ਰ ਕਰ ਰਹੇ ਹਨ। ਸਾਰੇ ਲੋਕੋ, ਜਦ ਸਰੀਰ ਵਿੱਚ ਆਏ ਪਰਮੇਸ਼ਰ ਦੀ ਗੱਲ ਆਉਂਦੀ ਹੈ ਤਾਂ ਆਮ ਲੋਕ ਉਹਨਾਂ ਨੂੰ ਸਵੀਕਾਰ ਨਹੀਂ ਕਰ ਸਕਦੇ। ਮਤੀ ਅਧਿਆਇ 13 ਵਿੱਚ ਪਰਮੇਸ਼ਰ ਨੇ ਕਿਹਾ, ਪਰ ਧੰਨ ਹੈ ਤੁਹਾਡੀਆਂ ਅੱਖਾਂ ਜੋ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਸੁਣਦੇ ਹਨ। ਜੇਕਰ ਸਾਨੂੰ ਦੇਖਣ ਲਈ ਅੱਖਾਂ, ਸੁਣਨ ਲਈ ਕੰਨ ਅਤੇ ਉਹਨਾਂ ਨੂੰ ਜਾਣਨ ਲਈ ਮਨ ਦਿੱਤਾ ਜਾਵੇ, ਤਦ ਸਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਇਸ ਧਰਤੀ ਉੱਤੇ ਰਹਿੰਦੇ ਹੋਏ ਪਰਮੇਸ਼ਰ ਦਾ ਸਹੀ ਤਰੀਕੇ ਨਾਲ ਸਤਿਕਾਰ ਕਿਵੇਂ ਕਰਨਾ ਹੈ। ਇਸ ਦੇ ਇਲਾਵਾ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਵਰਗ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਵੀ ਅਸੀਂ ਪਰਮੇਸ਼ਰ ਦਾ ਸਤਿਕਾਰ ਕਿਵੇਂ ਕਰਦੇ ਰਹੀਏ। ਬੇਸ਼ੱਕ ਇਹ ਚੰਗਾ ਹੈ ਕਿ ਅਸੀਂ ਬਾਈਬਲ ਦਾ ਅਧਿਐਨ ਕਰੀਏ, ਕਈ ਵਚਨਾਂ ਨੂੰ ਜਾਣੀਏ ਅਤੇ ਚੰਗੀ ਤਰ੍ਹਾਂ ਸਿਖਾਈਏ, ਪਰ ਯਹੂਦੀ ਅਤੇ ਫਰੀਸੀ ਬਾਈਬਲ ਦੇ ਮਾਹਰ ਸਨ। ਫਿਰ ਵੀ ਉਹਨਾਂ ਨੇ ਯੀਸ਼ੂ ਦਾ ਸਤਿਕਾਰ ਨਹੀਂ ਕੀਤਾ ਅਤੇ ਨਾ ਹੀ ਉਹਨਾਂ ਨੂੰ ਸਹੀ ਆਦਰ ਦਿੱਤਾ। ਆਖਰਕਾਰ ਉਹਨਾਂ ਨੇ ਯੀਸ਼ੂ ਨੂੰ ਸਲੀਬ ਉੱਤੇ ਚੜਾਉਣ ਲਈ ਭੀੜ ਨੂੰ ਭੜਕਾਇਆ, ਹੈ ਨਾ। ਬਾਈਬਲ ਦੇ ਬਾਰੇ ਅਕਾਦਮਿਕ ਸਮਝ ਦੇ ਰੂਪ ਵਿੱਚ ਫਰੀਸੀਆਂ, ਸਦੂਕੀਆਂ ਅਤੇ ਯਹੂਦੀਆਂ ਕੋਲ ਯੀਸ਼ੂ ਦੇ ਚੇਲਿਆਂ ਦੀ ਤੁਲਨਾ ਵਿੱਚ ਉੱਚ ਪੱਧਰ ਦਾ ਗਿਆਨ ਸੀ। ਕਿ ਇਹ ਉਹਨਾਂ ਲੋਕਾਂ ਦਾ ਪੇਸ਼ਾ ਨਹੀਂ ਸੀ ਕਿ ਉਹ ਬਾਈਬਲ ਦੀਆਂ ਕਾਪੀਆਂ ਲਿਖਦੇ ਅਤੇ ਤਿਆਰ ਕਰਦੇ ਸਨ, ਤਾਂ ਵੀ ਉਹਨਾਂ ਨੇ ਉਸ ਪਰਮੇਸ਼ਰ ਨੂੰ ਜੋ ਉਹਨਾਂ ਕੋਲ ਆਏ ਅਸਵੀਕਾਰ ਕੀਤਾ। ਪਰਮੇਸ਼ਰ ਦੇ ਸਰੀਰ ਵਿੱਚ ਆਉਣ ਪ੍ਰਤੀ ਉਹਨਾਂ ਦੀ ਪ੍ਰਤੀਕਿਰਿਆ ਨੇ ਉਹਨਾਂ ਨੂੰ ਮਸੀਹ ਨੂੰ ਇੱਕ ਪੱਥਰ ਦੇ ਰੂਪ ਵਿੱਚ ਸਵੀਕਾਰ ਕਰਨ ਲਈ ਪ੍ਰੇਰਿਤ ਕੀਤਾ, ਜਿਸ ਨਾਲ ਉਹ ਠੋਕਰ ਖਾ ਕੇ ਡਿੱਗ ਪਏ। ਇਸ ਯੁੱਗ ਵਿੱਚ ਆਤਮਾ ਤੇ ਲਾੜੀ ਹਨ ਜੋ ਖੁਸ਼ਖਬਰੀ ਦੀ ਅਗਵਾਈ ਕਰ ਰਹੇ ਹਨ। ਸਭ ਤੋਂ ਵੱਧ ਕੇ ਜੇਕਰ ਅਸੀਂ ਸਿਯੋਨ ਦੀ ਸੰਤਾਨ ਅਤੇ ਪਰਮੇਸ਼ਰ ਦੇ ਲੋਕ ਜੋ ਬਣਾਏ ਜਾਣਗੇ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਸਭ ਤੋਂ ਪਹਿਲਾਂ ਸਰੀਰ ਵਿੱਚ ਆਏ ਪਰਮੇਸ਼ਰ ਨੂੰ ਮਹਿਸੂਸ ਕਰਨਾ ਚਾਹੀਦਾ ਹੈ। ਸਾਨੂੰ ਯਹੂਨਾ ਵਾਂਗ ਪਰਮੇਸ਼ਰ ਦੀ ਕਦਰ ਅਤੇ ਸਤਿਕਾਰ ਕਰਨਾ ਚਾਹੀਦਾ ਹੈ, ਅਤੇ ਅਬਰਾਹਮ, ਮਰੀਅਮ ਮਗਦਲੀਨੀ ਵਾਂਗ ਉਹਨਾਂ ਦਾ ਆਦਰ ਕਰਨਾ ਚਾਹੀਦਾ ਹੈ। ਸਾਨੂੰ ਧੰਨਵਾਦ ਕਰਦੇ ਹੋਏ ਪਰਮੇਸ਼ਰ ਦਾ ਪਾਲਣ ਕਰਨਾ ਚਾਹੀਦਾ ਹੈ, ਜਿੱਥੇ ਵੀ ਉਹ ਸਾਨੂੰ ਲੈ ਜਾਂਦੇ ਹਨ। ਮੈਂ ਆਸ ਕਰਦੇ ਹੋਏ ਕਿ ਹਰ ਕੋਈ ਸਵਰਗ ਵਿੱਚ ਪ੍ਰਵੇਸ਼ ਕਰਨ ਦੇ ਅਯੋਗ ਹੋਏ ਬਿਨਾਂ ਅੰਤ ਤੱਕ ਧੀਰਜ ਰੱਖੇਗਾ। ਮੈਂ ਅੱਜ ਦਾ ਉਪਦੇਸ਼ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।